हाँ जी स्टूडेंट्स, कि ਤੁਹਾਡੇ ਪੇਪਰਾਂ ਦੇ ਵਿੱਚ ਇੱਕ ਪ੍ਰਸ਼ਨ ਜੋ ਤੁਹਾਨੂੰ ਲਿਪੀ ਬਾਰੇ ਹੈ ਉਹ ਜ਼ਰੂਰ ਆਏਗਾ। ਹਾਂ, ਉਸ ਪ੍ਰਸ਼ਨ ਨੂੰ ਅਲੱਗ-ਅਲੱਗ ਢੰਗ ਨਾਲ ਪੁੱਛਿਆ ਜਾ ਸਕਦਾ, ਜਿਵੇਂ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਲਿਖੋ ਜਾਂ ਗੁਰਮੁਖੀ ਲਿਪੀ ਦਾ ਮਹੱਤਵ ਲਿਖੋ। ਤਾਂ ਜਿਹੜੇ ਵੀ ਇਹਦੇ ਪੱਖ ਬਣਦੇ ਨੇ ਆਪਾਂ ਇਹਨਾਂ ਬਾਰੇ ਗੱਲ ਕਰਾਂਗੇ। ਤਾਂ ਅੱਜ ਆਪਾਂ ਜਿਸ ਟੌਪਿਕ 'ਤੇ ਲਿਪੀ ਦੇ ਜਿਸ ਪੱਖ ਬਾਰੇ ਗੱਲ ਕਰਨੀ ਆ ਉਹ ਕਿਹੜਾ ਪ੍ਰਸ਼ਨ ਆ? ਉਹ ਇਹ ਆ ਕਿ ਤੁਹਾਨੂੰ ਇਸ ਤਰ੍ਹਾਂ ਵੱਖ-ਵੱਖ ਤਰੀਕੇ ਨਾਲ ਪ੍ਰਸ਼ਨ ਪੁੱਛਿਆ ਜਾ ਸਕਦਾ, ਪਰ ਪ੍ਰਸ਼ਨ ਦਾ ਉੱਤਰ ਉਹਦਾ ਇੱਕ ਹੀ ਬਣਦਾ। ਜਿਵੇਂ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿੱਥੋਂ ਤੱਕ ਢੁਕਵੀਂ ਲਿਪੀ ਹੈ, ਦਲੀਲਾਂ ਸਹਿਤ ਦੱਸੋ। ਜਾਂ ਗੁਰਮੁਖੀ ਲਿਪੀ ਹੀ ਪੰਜਾਬੀ ਭਾਸ਼ਾ ਲਈ ਕਿਵੇਂ ਉਚਿਤ ਹੈ, ਦਲੀਲਾਂ ਨਾਲ ਸਪਸ਼ਟ ਕਰੋ। ਜਾਂ ਪੰਜਾਬੀ ਭਾਸ਼ਾ ਲਈ ਦੇਵਨਾਗਰੀ, ਫਾਰਸੀ ਅਤੇ ਰੋਮਨ ਲਿਪੀਆਂ ਦੇ ਮੁਕਾਬਲੇ ਗੁਰਮੁਖੀ ਲਿਪੀ ਦੀ ਅਨੁਕੂਲਤਾ ਸਿੱਧ ਕਰੋ। ਜਾਂ ਗੁਰਮੁਖੀ ਲਿਪੀ ਦੀ ਪੰਜਾਬੀ ਬੋਲੀ ਲਈ ਸਾਰਥਕਤਾ ਬਾਰੇ ਚਰਚਾ ਕਰੋ। ਜਾਂ ਦੂਸਰੀਆਂ ਪ੍ਰਚਲਿਤ ਲਿਪੀਆਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਦੇ ਮੁਕਾਬਲੇ ਅਨੁਕੂਲ ਕਿਉਂ ਨਹੀਂ ਹਨ, ਚਰਚਾ ਕਰੋ। ਤਾਂ ਜਿੱਥੇ ਵੀ ਇਹ ਗੱਲ ਆ ਗਈ, ਦੂਸਰੀਆਂ ਲਿਪੀਆਂ ਜਾਂ ਪੰਜਾਬੀ ਭਾਸ਼ਾ ਲਈ ਲਿਪੀ ਦੀ ਉਚਿਤਤਾ ਜਾਂ ਅਨੁਕੂਲਤਾ ਜਾਂ ਸਾਰਥਕਤਾ, ਤਾਂ ਤੁਸੀਂ ਇਹ ਸਪਸ਼ਟ ਰੂਪ 'ਚ ਸਮਝ ਲੈਣਾ ਕਿ ਇਸ ਪ੍ਰਸ਼ਨ ਦਾ ਉੱਤਰ ਇੱਕ ਹੀ ਬਣਦਾ ਵਾ। ਪ੍ਰਸ਼ਨ ਹੀ ਘੁਮਾ ਕੇ ਪੁੱਛਿਆ ਗਿਆ ਹੋਇਆ। ਤਾਂ ਹੁਣ ਇੱਥੇ ਆਪਾਂ ਇਹ ਦੱਸਣਾ ਹੁੰਦਾ ਕਿ ਦੇਖੋ, ਅਸੀਂ ਪਹਿਲਾਂ ਇੱਕ ਗੱਲ ਕਰਦੇ ਹਾਂ ਕਿ ਲਿਪੀ ਅਸੀਂ ਕਹਿੰਦੇ ਕਿਹਨੂੰ ਆ। ਲਿਪੀ ਉਹ ਆ ਜੋ ਅਸੀਂ ਭਾਸ਼ਾ ਨੂੰ, ਕਿਸੇ ਵੀ ਭਾਸ਼ਾ ਨੂੰ ਲਿਖਣ ਵਾਸਤੇ ਚਿੰਨ੍ਹ ਵਰਤਦੇ ਹਾਂ। ਜਿਵੇਂ ਕਿਹਾ ਜਾਂਦਾ ਕਿ ਜੋ ਸਾਡੇ ਵਿਚਾਰ ਨੇ, ਜੋ ਸਾਡੀਆਂ ਭਾਵਨਾਵਾਂ ਨੇ, ਜੋ ਸਾਡੇ ਥੋਟਸ ਜੋ ਵੀ ਨੇ, ਉਹਨਾਂ ਨੂੰ ਅਸੀਂ ਭਾਸ਼ਾ ਰਾਹੀਂ ਪੇਸ਼ ਕਰਦੇ ਹਾਂ ਅਤੇ ਉਸ ਭਾਸ਼ਾ ਨੂੰ ਫਿਰ ਕੁਝ ਚਿੰਨ੍ਹਾਂ ਰਾਹੀਂ ਲਿਖਦੇ ਹਾਂ। ਤਾਂ ਮਨੁੱਖੀ ਭਾਵਾਂ ਦੀ ਪੋਸ਼ਾਕ ਜਿਹੜੀ ਹੈਗੀ ਆ ਉਹ ਬੋਲੀ ਆ, ਅਤੇ ਬੋਲੀ ਦੀ ਪੋਸ਼ਾਕ ਜਿਹੜੀ ਹੈਗੀ ਉਹ ਲਿਪੀ ਆ। ਤਾਂ ਤੁਹਾਨੂੰ ਇਹ ਪੁੱਛਿਆ ਜਾਂਦਾ ਕਿ ਤੁਸੀਂ ਇੱਦਾਂ ਕਿਉਂ ਮਹਿਸੂਸ ਕਰਦੇ ਹੋ ਕਿ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ 'ਚ ਲਿਖਿਆ ਜਾ ਸਕਦਾ, ਹੋਰਾਂ ਲਿਪੀਆਂ 'ਚ ਕਿਉਂ ਨਹੀਂ? ਤਾਂ ਇੱਥੇ ਸਾਨੂੰ ਥੋੜ੍ਹਾ ਦੂਸਰੀਆਂ ਲਿਪੀਆਂ ਬਾਰੇ ਵੀ ਪਤਾ ਹੋਣਾ ਚਾਹੀਦਾ ਕਿ ਦੂਸਰੀਆਂ ਲਿਪੀਆਂ ਸਾਡੇ ਨੇੜੇ ਤੇੜੇ ਜਾਂ ਆਸੇ ਪਾਸੇ ਪ੍ਰਚਲਿਤ ਕਿਹੜੀਆਂ ਵਾ। ਉਹਨਾਂ ਦੇ ਵਿੱਚੋਂ ਇੱਕ ਤਾਂ ਦੇਵਨਾਗਰੀ ਲਿਪੀ ਆ, ਜਿਹੜੀ ਕਿ ਹਿੰਦੀ ਭਾਸ਼ਾ ਲਿਖਣ ਵਾਸਤੇ ਵਰਤੀ ਜਾਂਦੀ ਆ। ਇੱਕ ਫਾਰਸੀ ਲਿਪੀ ਆ, ਜਿਹੜੀ ਕਿ ਉਰਦੂ ਲਿਖਣ ਵਾਸਤੇ ਵਰਤੀ ਜਾਂਦੀ ਆ। ਇੱਕ ਰੋਮਨ ਲਿਪੀ ਆ, ਜਿਹੜੀ ਕਿ ਅੰਗਰੇਜ਼ੀ ਭਾਸ਼ਾ ਲਿਖਣ ਵਾਸਤੇ ਵਰਤੀ ਜਾਂਦੀ ਹੈ। ਤਾਂ ਹੁਣ ਅਸੀਂ ਇਹ ਦੱਸਾਂਗੇ ਕਿ ਮੰਨ ਲਓ ਅਸੀਂ ਪੰਜਾਬੀ ਭਾਸ਼ਾ ਲਿਖਣ ਵਾਸਤੇ ਦੇਵਨਾਗਰੀ ਲਿਪੀ ਵਰਤਣ ਲੱਗ ਜਾਈਏ ਤਾਂ ਪੰਜਾਬੀ ਭਾਸ਼ਾ ਦਾ ਕੀ ਨੁਕਸਾਨ ਹੋਊਗਾ? ਤਾਂ ਇਹ ਇਸ ਪ੍ਰਸ਼ਨ ਦਾ ਉੱਤਰ ਬਣਦਾ। ਤਾਂ ਪਹਿਲਾਂ ਤੁਸੀਂ ਇਹੀ ਲਿਖਣਾ ਹੁੰਦਾ ਕਿ ਜਿਹੜੀ ਗੁਰਮੁਖੀ ਲਿਪੀ ਆ ਪੰਜਾਬੀ ਭਾਸ਼ਾ ਵਾਸਤੇ ਬਹੁਤ ਢੁਕਵੀਂ ਲਿਪੀ ਆ, ਕਿਉਂਕਿ ਸਦੀਆਂ ਤੋਂ ਇਸ ਲਿਪੀ ਦਾ ਪੰਜਾਬੀ ਭਾਸ਼ਾ ਨਾਲ ਅਟੁੱਟ ਰਿਸ਼ਤਾ, ਅਤੇ ਇਸ ਭਾਸ਼ਾ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀਆਂ ਨਵੀਆਂ ਧੁਨੀਆਂ ਆਈਆਂ ਗੁਰਮੁਖੀ ਲਿਪੀ ਵਿੱਚ ਉਹ ਵੀ ਸ਼ਾਮਲ ਕੀਤੀਆਂ ਗਈਆਂ। ਟਾਈਮ 'ਤੇ ਲਿਪੀ ਨੇ ਵਿਕਾਸ ਕੀਤਾ, ਜਿਵੇਂ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਜਿਹੜੀਆਂ ਵੀ ਬਿੰਦੀਆਂ ਵਾਲੇ ਅੱਖਰ ਅਸੀਂ ਗੁਰਮੁਖੀ ਲਿਪੀ ਲਿਖਦੇ ਸਮੇਂ ਨਿਚਲੀ ਬਿਲਕੁਲ ਹੇਠਲੀ ਲਾਈਨ 'ਚ ਲਿਖਦੇ ਹਾਂ,
ਉਹ ਧੁਨੀਆਂ ਬਾਅਦ 'ਚ ਐਡ ਕੀਤੀਆਂ ਗਈਆਂ ਅਤੇ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਇਹ ਪ੍ਰਗਟਾਉਂਦੀ ਆ। ਇਸ ਲਈ ਇਹ ਲਿਪੀ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ਲਈ ਯੋਗ ਆ, ਉਚਿਤ ਆ। ਪਰ ਫਿਰ ਵੀ ਅਸੀਂ ਦੇਖ ਲੈਂਦੇ ਹਾਂ ਵੀ ਜੇ ਹੋਰ ਲਿਪੀਆਂ ਅਸੀਂ ਵਰਤਾਂਗੇ ਤਾਂ ਕੀ ਹੋਊਗਾ। ਤਾਂ ਤੁਸੀਂ ਹੈਡਿੰਗ ਬਣਾਉਣੇ ਅਲੱਗ-ਅਲੱਗ। ਪਹਿਲਾਂ ਬਣਾ ਕੇ ਲਿਖਣਾ ਦੇਵਨਾਗਰੀ ਲਿਪੀ। ਤਾਂ ਉਸ ਵਿੱਚ ਤੁਸੀਂ ਦੱਸੋਗੇ ਕਿ ਜੇਕਰ ਜਿਹੜੀ ਦੇਵਨਾਗਰੀ ਲਿਪੀ ਆ ਇਹ ਪੰਜਾਬੀ ਭਾਸ਼ਾ ਲਿਖਣ ਵਾਸਤੇ ਢੁਕਵੀਂ ਨਹੀਂ ਗੀ, ਕਿਉਂਕਿ ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ, ਇਹਦੇ ਪੁਆਇੰਟ ਵੀ ਬਣਾ ਕੇ ਤੁਸੀਂ ਲਿਖ ਸਕਦੇ ਹੋ ਜਾਂ ਤੁਸੀਂ ਪਹਿਰੇ 'ਚ ਵੀ ਲਿਖ ਸਕਦੇ ਹੋ। ਇਹ ਜਿਵੇਂ ਤੁਸੀਂ ਠੀਕ ਸਮਝੋ ਉਸੇ ਤਰ੍ਹਾਂ ਹੀ ਲਿਖ ਸਕਦੇ ਹੋ। ਤਾਂ ਇਹਦੇ 'ਚ ਨੰਬਰ 1 ਪੁਆਇੰਟ ਆਉਂਦਾ ਕਿ ਜਿਹੜੀ ਦੇਵਨਾਗਰੀ ਲਿਪੀ ਆ ਇਹਦੇ 52 ਅੱਖਰ ਆ ਅਤੇ ਪੰਜਾਬੀ ਦੇ 35, ਮਤਲਬ 17 ਅੱਖਰਾਂ ਨੂੰ ਜਿਹੜਾ ਹੈ ਪੰਜਾਬੀ ਨੂੰ ਉਂਝ ਇਹਦੀ ਜ਼ਰੂਰਤ ਨਹੀਂ ਹੈ, ਇਹ ਬੇਲੋੜੇ ਆ, ਵਾਧੂ ਆ। ਨੰਬਰ 2, ਦੂਸਰੀ ਇਹ ਹੈਗਾ ਕਿ ਪੰਜਾਬੀ ਦੇ ਸ਼ਬਦਾਂ ਵਿੱਚ ਨਾ ਕਈ ਐਸੀਆਂ ਧੁਨੀਆਂ ਨੇ ਜਿਹੜੀਆਂ ਦੇਵਨਾਗਰੀ ਲਿਪੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ। ਇਹਨਾਂ ਦਾ ਉਚਾਰਨ ਹੀ ਹੈ ਨਹੀਂ ਦੇਵਨਾਗਰੀ ਲਿਪੀ 'ਚ। ਜਿਵੇਂ ਆਪਾਂ ਕਹੀਏ ਇਹ ਜਿਹੜੀਆਂ ਧੁਨੀਆਂ ਨੇ ਨਾ ਚੌਥੀਆਂ ਧੁਨੀਆਂ ਨੇ, ਜਿਵੇਂ ਕੱਕਾ ਖੱਖਾ ਗੱਗਾ ਘੱਗਾ, ਘੱਗਾ ਧੁਨੀ ਹੋਈ। ਇਸੇ ਤਰ੍ਹਾਂ ਹੀ ਭੱਬਾ ਧੁਨੀ ਹੋਈ, ਧੱਦਾ, ਢੱਡਾ। ਇਹ ਜੋ ਧੁਨੀਆਂ ਨੇ ਇਹਨਾਂ ਦਾ ਜਿਹੜਾ ਉਚਾਰਨ ਆ ਇਹਨਾਂ ਨੂੰ ਬੋਲਿਆ ਨਹੀਂ ਜਾ ਸਕਦਾ ਸਹੀ ਢੰਗ ਨਾਲ ਹਿੰਦੀ ਭਾਸ਼ਾ ਦੇ ਵਿੱਚ। ਇਹ ਪੰਜਾਬੀ 'ਚ ਹੀ ਬੋਲੀਆਂ ਜਾ ਸਕਦੀਆਂ। ਇਸ ਕਰਕੇ ਵੀ ਗੁਰਮੁਖੀ ਲਿਪੀ ਯੋਗ ਆ। ਇਸੇ ਤਰ੍ਹਾਂ ਜਿਹੜੀ ਦੇਵਨਾਗਰੀ ਲਿਪੀ ਆ ਜਾਂ ਹਿੰਦੀ ਆ ਉਹਦੇ ਵਿੱਚ ਡਾੜਾ ਧੁਨੀ ਹੈ ਨਹੀਂ। ਅਗਲਾ ਪੁਆਇੰਟ ਤੁਸੀਂ ਇਹ ਵੀ ਲਿਖ ਸਕਦੇ ਹੋ, ਉਹ ਮੌਜੂਦ ਹੀ ਨਹੀਂ ਹੈ। ਡਾੜਾ ਤੁਸੀਂ ਲਿਖ ਨਹੀਂ ਸਕਦੇ। ਡਾੜਾ ਜਿਹੜਾ ਬੋਲਦੇ ਹਾਂ ਅਸੀਂ ਹਿੰਦੀ 'ਚ ਲਿਖਿਆ ਨਹੀਂ ਜਾ ਸਕਦਾ ਦੇਵਨਾਗਰੀ ਲਿਪੀ 'ਚ। ਤਾਂ ਇਸ ਕਰਕੇ ਅਗਲਾ ਪੁਆਇੰਟ ਹੈਗਾ ਕਿ ਦੇਵਨਾਗਰੀ ਲਿਖਣ ਦੇ ਵਿੱਚ ਕੀ ਹੁੰਦਾ ਕਿ ਕੋਈ ਅੱਖਰ ਅੱਧਾ ਪਾਇਆ ਜਾਂਦਾ, ਕੋਈ ਦੂਜੇ ਅੱਖਰ ਦੇ ਉੱਪਰ ਪਾਇਆ ਜਾਂਦਾ, ਕੋਈ ਹੇਠਾਂ ਪਾਇਆ ਜਾਂਦਾ। ਤਾਂ ਗੁਰਮੁਖੀ ਜਿਹੜੀ ਹੈ ਸਿੱਧੀ ਸਰਲ ਲਿਪੀ ਆ ਅਤੇ ਇਸ ਦੇ ਬਹੁਤ ਸਾਰੇ ਜਿਹੜੇ ਅੱਖਰ ਆ ਅਸੀਂ ਬਿਨਾਂ ਕਲਮ ਚੁੱਕੇ ਹੀ ਖੱਬੇ ਤੋਂ ਸੱਜੇ ਲਿਖ ਸਕਦੇ ਹੁੰਦੇ ਹਾਂ। ਤਾਂ ਅੱਗੇ ਤੁਸੀਂ ਹੈਡਿੰਗ ਬਣਾਓਗੇ ਫਿਰ ਫਾਰਸੀ ਲਿਪੀ। ਤਾਂ ਫਾਰਸੀ ਲਿਪੀ ਦੇ ਵਿੱਚ ਇਹ ਹੈਗਾ ਕਿ ਕੇਵਲ 30 ਅੱਖਰ ਆ, ਜਦੋਂ ਕਿ ਗੁਰਮੁਖੀ ਵਿੱਚ ਘੱਟੋ ਘੱਟ 35 ਅੱਖਰ ਆ। ਦੂਸਰੀ ਗੱਲ ਕਿ ਜਿਹੜੀ ਫਾਰਸੀ ਲਿਪੀ ਆ ਇਹ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਹੈ ਅਤੇ ਗੁਰਮੁਖੀ ਜਿਹੜੀ ਆ ਉਹ ਆਪਣੇ ਇੱਕ ਵਹਾਅ ਦੇ ਵਿੱਚ ਪੂਰੀ ਸਰਲਤਾ ਦੇ ਨਾਲ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ। ਅੱਗੇ ਹੈ ਕਿ ਜਿਹੜਾ ਫਾਰਸੀ ਲਿਪੀ ਦੇ ਵਿੱਚ ਪੰਜਾਬੀ ਕਰਤੰਤ ਜਾਂ ਪੰਜਾਬੀ ਧੁਨੀ ਜਿਹੜੀ ਹੈਗੀ ਆ ਨਾਣਾ ਮੌਜੂਦ ਹੀ ਹੈ ਨਹੀਂ। ਫਾਰਸੀ ਲਿਪੀ 'ਚ ਨਾਣਾ ਮੌਜੂਦ ਨਹੀਂ ਹੈ ਅਤੇ ਇਸ ਕਰਕੇ ਉਸ ਨੂੰ ਫਾਰਸੀ ਲਿਪੀ ਵਿੱਚ ਲਿਖਿਆ ਨਹੀਂ ਜਾ ਸਕਦਾ। ਬਾਕੀ ਇੱਕ ਅਗਲਾ ਪੁਆਇੰਟ ਇਹ ਵੀ ਆ ਕਿ ਫਾਰਸੀ ਲਿਪੀ ਵਿੱਚ ਇੱਕ ਧੁਨੀ ਲਈ ਕਈ ਅੱਖਰ ਆ। ਇਹ ਨੁਕਤਾ ਪ੍ਰਧਾਨ ਲਿਪੀ ਆ। ਜਿਵੇਂ ਆਪਾਂ ਡਾਟ ਲਾਉਂਦੇ ਹਾਂ ਨਾ, ਡਾਟ 1 2 ਇਸ ਤਰ੍ਹਾਂ ਨੁਕਤਾ ਪ੍ਰਧਾਨ ਲਿਪੀ ਆ। ਅਤੇ ਜਿਹੜੀ ਗੁਰਮੁਖੀ ਆ ਇਹ ਲਗਾ ਮਾਤਰਾ ਵਾਲੀ ਲਿਪੀ ਆ। ਜਿਵੇਂ ਆਪਾਂ ਲਾਮ ਦਲਾਮ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਲਗਾਉਂਦੇ ਹਾਂ। ਤਾਂ ਇਸ ਕਰਕੇ ਤੁਸੀਂ ਅਖੀਰ 'ਤੇ ਸਿੱਟਾ ਇਹੀ ਕੱਢਣਾ ਹਰੇਕ ਲਿਪੀ ਦਾ ਕਿ ਇਹ ਲਿਪੀ ਵੀ ਪੰਜਾਬੀ ਲਿਖਣ ਲਈ ਢੁਕਵੀਂ ਨਹੀਂ ਹੈ। ਤਾਂ ਹੁਣ ਅਸੀਂ ਤੀਸਰੇ ਨੰਬਰ 'ਤੇ ਤੁਸੀਂ ਪੁਆਇੰਟ ਬਣਾਓਗੇ ਕਿ ਰੋਮਨ ਲਿਪੀ। ਰੋਮਨ ਲਿਪੀ ਦੇ ਵਿੱਚ ਅੱਗੇ ਪੁਆਇੰਟ ਲਿਖੋਗੇ ਵੀ ਰੋਮਨ ਲਿਪੀ ਦੇ ਵਿੱਚ ਪਹਿਲਾ ਪੁਆਇੰਟ ਇਹੀ ਆ ਕਿ ਇਹਦੇ ਕੋਲ 26 ਅੱਖਰ ਆ, ਜਦੋਂ ਕਿ ਪੰਜਾਬੀ ਨੂੰ ਲਿਖਣ ਲਈ ਘੱਟੋ ਘੱਟ 35 ਅੱਖਰਾਂ ਦੀ ਜ਼ਰੂਰਤ ਹੈ। ਦੂਸਰਾ ਪੁਆਇੰਟ ਹੈ ਕਿ ਅੰਗਰੇਜ਼ੀ ਵਿੱਚ ਪੰਜਾਬੀ ਦੀਆਂ ਬਹੁਤ ਸਾਰੀਆਂ ਧੁਨੀਆਂ ਨੂੰ ਪ੍ਰਗਟ ਕਰਨ ਦੀ ਬਿਲਕੁਲ ਹੀ ਸਮਰੱਥਾ ਨਹੀਂ ਹੈ। ਜਿਵੇਂ ਉਹੀ ਜਿਨ੍ਹਾਂ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਘੱਗਾ, ਞੰਞਾ, ਧੱਦਾ, ਪੱਬਾ, ਇਹ ਸਾਰੀਆਂ ਕਈ ਧੁਨੀਆਂ ਐਸੀਆਂ ਨੇ ਜਿਹੜੀਆਂ ਅੰਗਰੇਜ਼ੀ ਦੇ ਵਿੱਚ ਪ੍ਰਗਟਾਈਆਂ ਨਹੀਂ ਜਾ ਸਕਦੀਆਂ। ਜਿਵੇਂ ਅਸੀਂ ਪੰਜਾਬੀ ਦੇ ਵਿੱਚ ਲਿਖਣਾ ਹੋਵੇ, ਕਹਿਣਾ ਹੋਵੇ ਘੋੜਾ, ਤਾਂ ਅੰਗਰੇਜ਼ੀ ਦੇ ਵਿੱਚ ਉਡਾੜਾ ਕਿੱਦਾਂ ਲਿਖਾਂਗੇ ਘੋੜਾ।
ਜਾਂ ਤਾਂ GHORRA ਲਿਖਣਾ ਪਊ ਸਾਨੂੰ, ਜਾਂ GODDA ਲਿਖਣਾ ਪਏਗਾ ਸਾਨੂੰ। ਤਾਂ ਇਸ ਤਰ੍ਹਾਂ ਜਿਵੇਂ ਇਸੇ ਲਿਖਦੇ ਹਾਂ, ਜਿਵੇਂ ਮੰਨ ਲਓ ਘੱਗਾ ਸੀਗਾ, ਇਸੇ ਤਰ੍ਹਾਂ ਧੱਦਾ ਮੰਨ ਲਓ ਧੋਬੀ ਲਿਖਣਾ ਸੀ। ਹੁਣ ਕਿੱਥੇ ਤਾਂ ਅਸੀਂ 2 ਅੱਖਰਾਂ ਨਾਲ ਲਿਖ ਦੇਣਾ, ਧੱਦਾ ਧੱਦੇ ਹੋੜਾ ਭੱਬੇ ਬਿਹਾਰੀ, ਜਾਂ ਬੱਬੇ ਬਿਹਾਰੀ ਧੱਦੇ ਹੋੜਾ ਬੱਬੇ ਬਿਹਾਰੀ। ਅਤੇ ਉਹਦੇ ਵਿੱਚ ਅਸੀਂ ਕਿਵੇਂ ਲਿਖਾਂਗੇ, DHO ਕਿੰਨੇ ਅੱਖਰ ਸਾਨੂੰ ਪਾਉਣੇ ਪੈਣਗੇ। ਤਾਂ ਇਹਦਾ ਹੈਡਿੰਗ ਇਹ ਬਣਦਾ ਕਿ ਪੰਜਾਬੀ ਦੀਆਂ ਬਹੁਤ ਸਾਰੀਆਂ ਧੁਨੀਆਂ ਪ੍ਰਗਟ ਕਰਨ ਦੀ ਸਮਰੱਥਾ ਅੰਗਰੇਜ਼ੀ ਦੇ ਵਿੱਚ ਹੈ ਨਹੀਂ। ਅਤੇ ਇਸ ਦੇ ਵਿੱਚ ਅਗਲਾ ਪੁਆਇੰਟ ਇਹ ਵੀ ਬਣਦਾ ਕਿ ਇਸ ਰੋਮਨ ਲਿਪੀ ਦੇ ਵਿੱਚ ਬਹੁਤ ਸਾਰੇ ਅੱਖਰ ਜਿਹੜੇ ਹੈਗੇ ਆ ਉਹ ਸਾਇਲੈਂਟ ਹੋ ਜਾਂਦੇ ਕਈ ਵਾਰੀ। ਜਿਵੇਂ ਅਸੀਂ ਨੋ ਲਿਖਦੇ ਹਾਂ KNOW, ਅਤੇ ਇਸ ਵਿੱਚ ਕੇ ਸਾਇਲੈਂਟ ਹੋ ਜਾਂਦਾ, ਕੇ ਬੋਲਦਾ ਹੀ ਨਹੀਂ। ਪਰ ਗੁਰਮੁਖੀ ਲਿਪੀ ਵਿੱਚ ਐਸਾ ਨਹੀਂ ਹੈ ਕਿ ਜਿਹੜਾ ਅੱਖਰ ਲਿਖਿਆ ਜਾਂਦਾ ਉਹਨੂੰ ਬੋਲਿਆ ਜਾਂਦਾ, ਉਹਦੇ ਵਿੱਚ ਸਾਇਲੈਂਟ ਰਹਿਣ ਦਾ ਕੋਈ ਪ੍ਰਚਲਨ ਨਹੀਂ ਹੁੰਦਾ। ਅਤੇ ਇੱਕ ਹੋਰ ਵੀ ਆ ਕਿ ਰੋਮਨ ਲਿਪੀ ਦੇ ਵਿੱਚ ਜਿਹੜੀਆਂ ਧੁਨੀਆਂ ਨੇ ਉਹ ਵੱਖ-ਵੱਖ, ਇੱਕੋ ਹੀ ਅੱਖਰ ਧੁਨੀ ਵੱਖ-ਵੱਖ ਬਣ ਜਾਂਦਾ। ਜਿਵੇਂ ਅਸੀਂ ਸੀ ਆ, ਕੈਮਿਸਟਰੀ ਲਿਖਦੇ ਹਾਂ ਤਾਂ CH ਨਾਲ ਲਿਖਦੇ ਹਾਂ ਤਾਂ ਉਹ ਕੈਮਿਸਟਰੀ ਬਣਦਾ। ਜੇ ਅਸੀਂ ਚਾਵਲਾ ਲਿਖਦੇ ਹਾਂ, ਪਹਿਲਾਂ ਉੱਥੇ ਉਹ ਕੱਕੇ ਦੀ ਆਵਾਜ਼ ਦੇ ਰਿਹਾ CH ਕੈਮਿਸਟਰੀ, ਤਾਂ ਜੇ ਅਸੀਂ ਚਾਵਲਾ ਲਿਖਦੇ ਹਾਂ ਤਾਂ ਉਹੀ CH ਚੱਚੇ ਦੀ ਆਵਾਜ਼ ਦੇ ਰਿਹਾ। ਕੈਮਿਸਟਰੀ ਲਿਖਦੇ ਸਮੇਂ CH ਕੱਕੇ ਦੀ ਆਵਾਜ਼ ਦੇ ਰਿਹਾ, ਚਾਵਲਾ ਲਿਖਦੇ ਸਮੇਂ CH ਜਿਹੜਾ ਹੈਗਾ ਉਹ ਚੱਚੇ ਦੀ ਆਵਾਜ਼ ਦੇ ਰਿਹਾ। ਇਸੇ ਤਰ੍ਹਾਂ ਹੀ ਜੀ ਆ, ਜਿਹੜੀ ਜੀ ਮਤਲਬ ਕਦੇ ਤਾਂ ਉਹ ਗੱਗੇ ਦਾ ਅਰਥ ਦਿੰਦੀ ਆ ਅਤੇ ਕਦੇ ਉਹ ਜੱਜੇ ਦਾ ਅਰਥ ਦਿੰਦੀ ਆ। ਤਾਂ ਇਹ ਚੀਜ਼ਾਂ ਤੁਸੀਂ ਲਿਖ ਸਕਦੇ ਹੋ ਜਾਂ ਲਿਖਣੀਆਂ ਤੁਸੀਂ ਪੁਆਇੰਟ ਬਣਾ ਕੇ। ਤਾਂ ਪਿੱਛੋਂ ਅਖੀਰ 'ਤੇ ਤੁਸੀਂ 1-2 ਲਾਈਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਸਿੱਟਾ, ਹੈਡਿੰਗ ਬਣਾਉਣ ਦੀ ਲੋੜ ਨਹੀਂ, ਸਿੱਟਾ ਵੈਸੇ ਹੀ ਅਲੱਗ ਪੈਰਾ ਬਣਾ ਕੇ ਲਿਖ ਸਕਦੇ ਹੋ ਕਿ ਅਸੀਂ ਉਪਰੋਕਤ ਸਾਰੀ ਚਰਚਾ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ ਗੁਰਮੁਖੀ ਲਿਪੀ ਹੀ ਪੰਜਾਬੀ ਵਾਸਤੇ ਉਚਿਤ ਲਿਪੀ ਹੈ ਅਤੇ ਇਹੀ ਪੰਜਾਬੀ ਵਾਸਤੇ ਢੁਕਵੀਂ ਲਿਪੀ ਹੈ। ਤਾਂ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਵਿਆਕਰਨਕ ਟੌਪਿਕਾਂ ਬਾਰੇ ਵੀ ਗੱਲ ਕਰਦੇ ਰਹਾਂਗੇ। ਧੰਨਵਾਦ।